नवांशहर सरगर्मियां प्रोग्राम में वासदेव परदेसी की तरफों आप जी का हार्दिक स्वागत है। पेश है जिला शहीद भगत सिंह नगर नाल संबंधित अज दीआं विशेष सरगर्मियां। धन धन राजा साहब श्री नाभ कमल साहब जी महाराज जी के स्थान कस्बा औड़ विखे 3 दिना समागम की शुरुआत हुई। सेवादारां की जानकारी के अनुसार इस मौके ठंडे मिठे जल की छबील लगाई गई और गुरु का लंगर भी अतुट लगाया गया। कश्मीरी लाल कैंथ की रिपोर्ट। और हाँ जी, की प्रोग्राम है जी तुहाडे जिहड़ा हैगा और राजा साहब जी पाल तो प्रोग्राम शुरू किया आ। लंगर बहुत वधिया हुंदा है, छबील लगाई जाती है, धूमधाम नाल लंगर बहुत वधिया चलता है, उत्थे रौनक बहुत लगती है, सारे प्रोग्राम बहुत वधिया हुंदा है। कितने दिन प्रोग्राम है जी? जय राजे दी ਇਹ ਭਾਜੀ ਕੱਲ ਅਖੰਡ ਪਾਠ ਆਰੰਭ ਹੋਇਆ ਆ। ਅੱਜ ਲੰਗਰ ਪਾਣੀ ਕੱਲ ਦਾ ਲੰਗਰ ਪਾਣੀ ਸਟਾਰਟ ਹੈਗਾ। ਛਬੀਲ ਲਾਈ ਜਾਏਗੀ, ਕੱਲ ਅਖੰਡ ਪਾਠ ਜੀ ਦਾ ਭੋਗ ਪਾਇਆ ਜਾਏਗਾ। ਉਸ ਉਪਰੰਤ ਖੁੱਲ੍ਹਾ ਲੰਗਰ, ਸੰਗਤਾਂ ਬਹੁਤ ਦੂਰੋਂ ਦੂਰੋਂ ਤੁਰ ਕੇ ਆਉਂਦੀਆਂ ਨੇ, ਆਲੇ ਦੁਆਲੇ ਦੇ ਪਿੰਡਾਂ ਦੇ ਵੀ ਜੋ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੈ ਉਹ ਅਸੀਂ ਹਰ ਸਾਲ ਨਿਭਾਉਂਦੇ। पुलिस थाना औड़ के SHO इंस्पैक्टर बखशीश सिंह होरां दी जानकारी के अनुसार उन्हां दी पुलिस पार्टी वालों बहारा रोड औड़ विखे एक व्यक्ति नूं 2 ग्राम हैरोइन समेत गिरफ्तार किया गया है। कश्मीरी लाल कैंथ की रिपोर्ट। और ਜਾਂ ਇਹੋ ਜਿਹੇ ਕੁਝ ਫੜੇ ਜਾ ਰਹੇ ਆ, ਪਰ ਜਿਨ੍ਹਾਂ ਤੋਂ ਇਹ ਲੈਂਦੇ ਹੈਗੇ ਆ ਅੱਗੇ ਤੋਂ ਅੱਗੇ ਜਿਹੜੇ ਮੋਟੇ ਮਗਰਮੱਛ ਹੈਗੇ ਆ ਉਹ ਨਹੀਂ ਫੜੇ ਜਾ ਰਹੇ, ਜਦੋਂ ਕਿ ਇਹ ਕਿਤੋਂ ਨਾ ਕਿਤੋਂ ਤਾਂ ਜਿਹੜੀ ਆ ਉਹ ਮਾਲ ਲੈਂਦੇ ਹੀ ਹੈਗੇ ਆ। ਇਹਦੇ ਬਾਰੇ ਕੀ ਕਹੋ? ਬਹੁਤ ਵਧੀਆ ਗੱਲ ਤੁਸੀਂ ਪੁੱਛੀ ਹੈਗੀ ਆ ਕਿ ਜਿੱਦਾਂ ਪਾਰਟੀਕਲ ਜਿਹੜਾ ਇਲਾਕਾ ਹੈਗਾ ਵਾ ਕੋਈ ਵੀ ਉਹਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਵੰਡਿਆ। ਜਿੱਦਾਂ ਔੜ ਹੈ, ਔੜ ਦੇ ਵਿੱਚ ਜਿਹੜੇ ਇਹ ਡਿਸਟਰਬਡ ਹੈਗੇ ਆ ਨਸ਼ੇ ਦੇ ਖਰੀਦੋ ਫਰੋਖਤ ਵਾਸਤੇ, ਉਹ ਔੜ ਅਤੇ ਗੁਰੋਪੜ 2 ਪਿੰਡ ਨੇ ਜਿਹੜੇ ਜ਼ਿਆਦਾ ਕਰਦੇ ਆ। ਇਹਦੇ ਨਾਲ ਸਾਡੇ ਇੱਕ ਪ੍ਰਾਗਪੁਰ ਪਿੰਡ ਹੈਗਾ, ਉੱਥੇ ਵੀ ਹੈਗਾ ਜੀ ਇਹ ਕਾਰੋਬਾਰ, ਉੱਥੇ ਵੀ ਅਸੀਂ ਕਰ ਰਹੇ ਹੈਗੇ ਆ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਕੰਟਰੋਲ। ਸੋਰਸ ਸਾਡੇ ਜਿਹੜੇ ਹੈਗੇ ਆ ਉਹ ਵੀ ਸਾਨੂੰ ਮਦਦ ਕਰਦੇ ਹੈਗੇ। ਸੋਰਸਾਂ ਦੇ ਰਾਹੀਂ ਅਸੀਂ ਮੌਜੂਦਾ ਲੋਕਾਂ ਦਾ ਪਤਾ ਲੱਗਦਾ ਹੈਗਾ ਜਿਹੜੇ ਨਵੇਂ ਸਾਡੇ ਕੋਲ ਆਉਂਦੇ ਹੈਗੇ ਆ। ਹਰ ਇੱਕ ਥਾਣੇ ਦੇ ਵਿੱਚ ਹੀ ਜਿਹੜਾ ਜੀ ਉਹ ਇੱਦਾਂ ਦੇ 2-2 4-4 ਪਿੰਡ ਹੁੰਦੇ ਆ ਜੀ। ਅਤੇ ਤੁਸੀਂ ਹੁਣ ਇਸ ਏਰੀਏ ਦੇ ਵਿੱਚ ਰਹਿੰਦੇ ਹੈਗੇ ਆ, ਆਪਾਂ ਨੂੰ ਜ਼ਿਆਦਾ ਔੜ ਦਾ ਹੀ ਪਤਾ ਲੱਗਦਾ ਹੈਗਾ ਅਤੇ ਗੁਰੋਪੜ ਦਾ। ਜਿਹੜੇ ਬੰਦੇ ਦੇਖੋ ਹੁਣ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਾਂਗੀ ਕਿ ਬਲਰਾਜ ਦੇ ਕੋਲੋਂ ਅਸੀਂ ਰਿਕਵਰੀ ਕਰ ਲਈ, ਔਰ ਬਲਰਾਜ ਭਾਵੇਂ ਬੜੀ ਮੁਸ਼ਕਿਲ ਨਾਲ ਉਹਨੇ ਸਾਨੂੰ ਡਿਸਕਲੋਜ਼ ਕੀਤਾ ਕਿ ਉਹ ਕਿੱਥੋਂ ਲੈ ਕੇ ਆ ਰਿਹਾ ਸੀਗਾ। ਪਹਿਲੋਂ ਇਹ ਘੁਮਾਉਂਦੇ ਫਿਰਾਉਂਦੇ ਇਹ ਵੀ ਦੱਸਦੇ ਨਹੀਂ ਸਨ ਸਿੱਧਾ। ਜਦੋਂ ਅਸੀਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਆ ਕੇ ਉਹਦੇ ਕੋਲ ਇੰਟੈਰੋਗੇਟ ਕੀਤੀ ਸਾਰਾ ਕੁਛ ਅਤੇ ਹਰ ਇੱਕ ਐਂਗਲ ਤੋਂ, ਫਿਰ ਉਹਨੇ ਜਾ ਕੇ ਸਾਨੂੰ ਦੱਸਿਆ ਕਿ ਉਹ ਕਿੱਥੋਂ ਲੈ ਕੇ ਆਇਆ, ਕਿੰਨੇ ਦੀ ਲੈ ਕੇ ਆਇਆ ਅਤੇ ਕਿੰਨੇ ਦਿਨ ਉਹ ਇਹਦੇ ਨਾਲ ਕੱਢ ਸਕਦਾ ਹੈਗਾ ਵਾ। ਅਤੇ ਉਹ ਜਦੋਂ ਆ ਗਏ ਹੈਗੇ ਆ ਅਤੇ ਉਹ NDPS ਐਕਟ ਦੇ ਵਿੱਚ ਬੜਾ ਉਹ ਡਿਟੇਲਡ ਹੈਗਾ ਇਨ ਇਟਸੈਲਫ ਐਕਟ, ਉਹ ਵੀ ਬਰਾਬਰ ਦਾ ਮੁਲਜ਼ਮੀ ਹੈ
ਜਿਹਦੇ ਕੋਲੋਂ ਲਿਆਂਦਾ ਹੁੰਦਾ, ਜਿਹਨੂੰ ਦੇਣਾ ਹੁੰਦਾ ਉਹ ਵੀ ਬਰਾਬਰ ਦਾ ਮੁਲਜ਼ਮ ਹੈ। ਈਵਨ ਜਿਹੜਾ ਬੰਦਾ ਇਸ ਕਾਰੋਬਾਰ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਹੈਗਾ ਵਾ, ਹਰ ਇੱਕ ਵਾਸਤੇ ਇਹ ਐਕਟ ਜਿਹੜਾ ਹੈਗਾ ਵਾ ਉਹ ਸਫੀਸ਼ੀਐਂਟ ਆ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਪਰ ਇਹ ਜਾਵੇ। ਜਿਹੜੀ ਚੈਨ ਹੈਗੀ ਆ, ਇਹ ਤਾਂ 1 2 3 4 ਇਸ ਤਰ੍ਹਾਂ ਕਰਕੇ ਐਂਡ ਤੱਕ ਪਹੁੰਚਿਆ ਜਾ ਸਕਦਾ। ਉਹ ਆਖਰ ਤੱਕ ਜਿਹੜਾ ਹੈਗਾ ਕਿ ਅਗਰ ਉੱਥੇ ਪਹੁੰਚਿਆ ਜਾਵੇ ਜਾਂ ਜਾ ਸਕਦਾ ਹੋਵੇ ਹਾਂ ਤਦ ਇਹ ਚੈਨ ਟੁੱਟੇਗੀ 1-2 ਗ੍ਰਾਮ ਦੀ। ਅਦਰਵਾਈਜ਼ ਤੇ ਚੈਨ ਟੁੱਟਣ ਦਾ ਜਿਹੜਾ ਹੈਗਾ ਕਿ ਉਹ ਸਾਨੂੰ ਮੀਡੀਆ ਲੈਵਲ ਤੇ ਜਾਂ ਪਬਲਿਕ ਲੈਵਲ ਤੇ ਜੀ। ਨਹੀਂ ਲੱਗਦਾ ਕਿ ਇਹ ਕੰਮ ਖਤਮ ਹੋ ਸਕਦਾ ਹੈ। ਹਾਂਜੀ, ਇਹ ਵੀ ਅਸੀਂ ਜਿਹੜਾ ਹੈਗਾ ਵਾ, ਜਿੱਦਾਂ ਹੁਣ ਅਸੀਂ ਇਹਨੂੰ ਟਾਰਗੇਟ ਕੀਤਾ, ਇਹ ਤੋਂ ਸਾਨੂੰ ਦੱਸਿਆ ਉਹਨੇ ਕਿ ਮੈਂ ਕਿਹਦੇ ਕੋਲੋਂ ਲੈ ਕੇ ਆਇਆ ਜੀ। ਜਦੋਂ ਹੁਣ ਉਹ ਸਾਡੇ ਕੋਲ ਡਾਇਰੈਕਟ ਅਸੀਂ ਉਹਨੂੰ ਅਰੈਸਟ ਕਰ ਲੈਂਦੇ ਆ, ਜਾਂ ਉਹ ਜਿਹੜਾ ਹੈਗਾ ਵਾ ਐਬਸਕੌਂਡ ਕਰਕੇ ਅਦਾਲਤ ਤੱਕ ਪਹੁੰਚ ਕਰ ਲੈਂਦੇ, ਮਾਨਯੋਗ ਅਦਾਲਤ ਤੱਕ, ਫਿਰ ਵੀ ਉਹ ਇਹ ਕੈਂਥ ਸਾਹਿਬ ਦੁਗਲ ਸਾਹਿਬ ਕੱਲ੍ਹ ਮੇਰੇ ਸਬ ਇੰਸਪੈਕਟਰ ਹੁਸਨ ਲਾਲ ਜੀ ਆਪਣੀ ਪਾਰਟੀ ਦੇ ਨਾਲ ਏਰੀਏ ਦੇ ਵਿੱਚ ਜਿਹੜੇ ਸਸਪੈਕਟਡ ਪਰਸਨਸ ਹੈਗੇ ਆ ਉਹਨਾਂ ਦੀ ਚੈਕਿੰਗ ਵਾਸਤੇ ਮੌਜੂਦ ਸੀ ਕਿ ਇੱਕ ਬਲਰਾਜ ਉਰਫ ਰਾਜਾ, ਇਹ ਪ੍ਰੇਮ ਨਗਰ ਸਾਡੇ ਔੜ ਦੇ ਵਿੱਚ ਹੀ ਪੈਂਦਾ ਜੀ, ਇੱਕ ਮੁਹੱਲਾ ਉੱਥੋਂ ਰਹਿਣ ਵਾਲਾ ਵਾ। ਇਹ ਉਹਨਾਂ ਨੂੰ ਜਦੋਂ ਯਕਦਮ ਮੋੜ ਤੋਂ ਇਹਨੂੰ ਵੇਖਿਆ ਅੱਗੇ ਤੇ ਇਹ ਖੱਬੇ ਮੁੜ ਗਿਆ ਤੇ ਇਹਨੇ ਮਤਲਬ ਕੁਛ ਸੁੱਟ ਦਿੱਤਾ ਹੱਥ 'ਚੋਂ। ਉਹਨਾਂ ਨੇ ਵੀ ਇਹ ਸ਼ੱਕ ਦੇ ਉੱਤੇ ਇਹਨੂੰ ਕਾਬੂ ਕਰਕੇ ਨਾ ਪਤਾ ਪੁੱਛਿਆ, ਜਿਵੇਂ ਤੁਹਾਨੂੰ ਦੱਸਿਆ ਹੈਗਾ ਉਹ ਦੱਸਿਆ। ਫਿਰ ਜਦੋਂ ਉਹਦੇ ਵੱਲੋਂ ਸੁੱਟੀ ਉਹ ਜਿਹੜੀ ਲਿਫਾਫੇ ਸੀ ਚੈੱਕ ਕੀਤੀ, ਉਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਜੀ। ਇਹ ਕਿਹੜੀ ਜਗ੍ਹਾ ਦਾ ਹੈਗਾ ਵਾਕਿਆ? ਇਹ ਬਹਾਰਾ ਰੋਡ ਦੇ ਉੱਤੇ ਜੀ। ਫਿਰ ਜਦੋਂ ਮਤਲਬ ਇਹਨੂੰ ਫਰਦਰ ਜੋ ਅਸੀਂ ਲੀਗਲੀ ਪੋਜੈਸ਼ਨ ਦੇ ਵਿੱਚ ਲੈ ਲਿਆ, ਇੰਟਰੋਗੇਟ ਕਰਕੇ ਇਹਨੂੰ ਜਦੋਂ ਪੁੱਛਿਆ ਵੀ ਇਹਦੇ ਲਿੰਕਸ ਜਿਹੜੇ ਹੈਗੇ ਆ ਉਹ ਕੀ ਹੈਗੇ, ਕਿਹਦੇ ਕੋਲ ਲੈ ਕੇ ਆਇਆ, ਕਿਹਨੂੰ ਦੇਣਾ ਸੀ, ਉਹ ਕਹਿੰਦਾ ਮੈਂ ਡੀਜੇ ਦਾ ਕੰਮ ਕਰਦਾ ਜੀ। ਤੇ ਡੀਜੇ ਦੇ ਵਿੱਚ ਜਿਹੜਾ ਸੀਗਾ ਹਾਰਡ ਵਰਕ ਦੇ ਨਾਲ ਮੈਨੂੰ ਹੌਲੀ ਹੌਲੀ ਇਹ ਲੱਤ ਲੱਗ ਗਈ ਤੇ ਮੈਂ ਚਿੱਟਾ ਨਾਂ ਦਾ ਹੈਰੋਇਨ ਜਿਹੜੀ ਹੈਗੀ ਹੈ ਲੈਣ ਲੱਗ ਪਿਆ। ਔਰ ਇਹ ਜਿਹੜੀ ਹੈਰੋਇਨ ਆ ਇਹ ਸਾਡੇ ਇੱਥੇ ਲੇਡੀ ਨੇ ਪਾਲੋ ਵਾਈਫ ਆਫ ਮੱਖਣ ਗੁਰੋਪੜ ਤੋਂ, ਉਹਨਾਂ ਕੋਲੋਂ ਕਹਿੰਦਾ ਮੈਂ ਲੈ ਕੇ ਆਇਆ ਸੀਗਾ। ਪਾਲੋ ਦੇ ਉੱਤੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਰਜਿਸਟਰ ਨੇ ਸਾਡੇ ਕੋਲ। ਇਸ ਤੇ ਵੀ ਹੈ ਕੋਈ ਮੁਕੱਦਮਾ ਪਹਿਲਾਂ? ਨਹੀਂ, ਇਹਦੇ ਉੱਪਰ ਇਹ ਪਹਿਲਾਂ ਹੀ ਮੁਕੱਦਮਾ ਦਰਜ ਆ ਤੇ ਫਿਰ ਵੀ ਅਜੇ ਅਸੀਂ ਦੂਸਰੇ ਥਾਣਿਆਂ ਤੋਂ ਵੀ ਇਹਦੀ ਰਿਪੋਰਟ ਹਾਸਲ ਕਰ ਰਹੇ, ਕਿਉਂਕਿ ਕਾਫੀ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਜਾਂਦਾ ਡੀਜੇ ਦੀ ਕੰਮਕਾਰ ਵਾਸਤੇ। ਇਹ ਮਤਲਬ ਹੈਗਾ ਕਿ ਸਿਰਫ ਆਪ ਲੈਂਦਾ ਹੀ ਸੀ ਜਾਂ ਕਿ ਕੋਈ ਅੱਗੇ ਸਪਲਾਈ ਵੀ ਕਰਦਾ ਸੀ ਜਾਂ ਵੇਚਦਾ ਵੀ ਸੀ? ਉਹ ਹੁਣ ਇਹਦੀ ਅਸੀਂ ਰਿਮਾਂਡ ਕਾਲ ਕਰ ਰਹੇ ਹੈਗੇ ਆ। ਉਹ ਜਦੋਂ ਫਰਦਰ ਇੰਟਰੋਗੇਸ਼ਨ ਦੇ ਵਿੱਚ ਜਦੋਂ ਗੱਲ ਆਊਗੀ ਉਹਦੇ ਅਕੋਰਡਿੰਗਲੀ ਤਾਂ ਦੱਸ ਵੀ ਦੇਵਾਂਗੇ। ਕੀ ਫੜਿਆ ਗਿਆ ਤੇ ਉਹਦੀ ਕੀਮਤ ਕੀ ਹੈਗੀ ਆ? ਇਹਦੇ ਕੋਲੋਂ ਹੈਰੋਇਨ ਫੜੀ ਗਈ ਜੀ 2 ਗ੍ਰਾਮ, ਜਿਹੜੀ ਰਿਟੇਲ ਦੇ ਵਿੱਚ ਉਹਦੀ ਜਿਹੜੀ ਪ੍ਰਾਈਸ ਹੈਗੀ ਆ ਉਹ 9000 ਰੁਪਈਆ ਵਾ। 9000 ਇੰਡੀਅਨ? ਹਾਂਜੀ ਹਾਂਜੀ, ਇੰਡੀਅਨ ਨੈਸ਼ਨਲ ਰੁਪੀਸ ਜਿਹੜੀ ਹੈਗੀ ਆ। ਇਹ ਤੁਸੀਂ ਐਸਐਚਓ ਸਾਹਿਬ ਦੇਖਿਆ ਜਨਾਬ ਕਿ ਜ਼ਿਆਦਾਤਰ ਜਿਹੜਾ ਹੈਗਾ ਜੀ ਔੜ ਹਲਕੇ ਦੇ ਵਿੱਚ 90% ਕੇਸ ਸਿਰਫ ਤੇ ਸਿਰਫ ਔੜ ਦੇ ਹੀ ਆ ਰਹੇ ਹੈਗੇ ਆ। ਇਹ ਤੁਹਾਨੂੰ ਵੀ ਪਤਾ ਹੈਗਾ ਤੇ ਤਕਰੀਬਨ ਡੇਲੀ ਉੱਥੋਂ ਹੀ ਬੰਦੇ ਫੜੇ ਜਾ ਰਹੇ ਹੈਗੇ ਆ। ਇੱਕ ਚੀਜ਼ ਜੋ ਕੋਈ ਇਸ ਤਰ੍ਹਾਂ ਦਾ ਕਰ ਸਕਦਾ। ਹਾਂਜੀ, ਤੁਹਾਡਾ ਸਵਾਲ ਦਾ ਜਵਾਬ ਪੂਰਾ ਜੀ, ਹੈ। ਫਿਰ ਉਹ ਭਾਵੇਂ ਸਾਡੇ ਜ਼ਿਲ੍ਹੇ ਦੇ ਵਿੱਚ ਹੋਵੇ, ਜਿਹੜਾ ਸੈਕੰਡ ਲੈਵਲ ਜਿਹੜਾ ਆਉਣਾ ਉਹਦਾ ਬੈਕਵਰਡ ਦਾ ਇਹ ਲੈਵਲ ਹੈਗੀ ਜੀ। ਅਸੀਂ 1 2 3 4 5 ਜਿੱਥੋਂ ਤੱਕ ਵੀ ਪਿੱਛੋਂ ਤੱਕ ਜਾਂਦੀ ਹੈਗੀ ਟਾਰਗੇਟ ਅਸੀਂ ਲੈ ਕੇ ਜਾਂਦੇ ਹੈਗੇ ਆ। ਤੇ ਉਹ ਫਿਰ ਅਸੀਂ ਉਹ ਕੰਸਰਨਡ ਜਿਹੜੀਆਂ ਲੋਕਲ ਪੁਲਿਸ ਹੈਗੀਆਂ ਵਾ ਉਹਨਾਂ ਦੇ ਡਿਸਟ੍ਰਿਕਟ ਹੈਡ ਨੂੰ ਜਿਹੜਾ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਦਿੰਦੇ ਆ ਸਾਡੇ ਮਾਨਯੋਗ ਐਸਐਸਪੀ ਰਾਹੀਂ, ਠੀਕ ਹੈ ਨਾ ਜੀ। ਤੇ ਜੇ ਤੇ ਉਹ ਉਹਦੇ ਵਿੱਚ ਹੋਵੇ, ਜਿੱਦਾਂ ਹੁਣ ਲਾਸਟ ਦੇ ਵਿੱਚ ਬੜੇ ਬੜੇ ਤੁਸੀਂ ਕੇਸ ਦੇਖੇ ਆ 2-3, ਜਿੱਦਾਂ ਉਹ ਰਾਜੇ ਕੰਡੋਲੇ ਵਾਲਾ ਕੇਸ ਲੈ ਲਓ ਜਾਵੇ, ਉਹਦੇ ਵਿੱਚ ਅਸੀਂ ਦਿੱਲੀ ਗੋਆ ਤੱਕ ਜਿਹੜਾ ਸੀਗਾ ਉਹ ਲੈਵਲ ਲੈ ਕੇ ਗਏ ਸੀਗੇ, ਠੀਕ ਹੈ ਨਾ। ਉਹਦੇ ਵਿੱਚ ਹੁਣ ਇੱਦਾਂ ਹੈਗਾ ਕਿ ਇਹ 2 ਗ੍ਰਾਮ ਹੈਰੋਇਨ ਆ, 2 ਗ੍ਰਾਮ ਦੇ ਵਿੱਚ ਫਸਟ ਸੈਕੰਡ ਥਰਡ ਜਿੱਥੋਂ ਤੱਕ ਵੀ ਜਾਵਾਂਗੇ ਅਸੀਂ ਲੈ ਕੇ ਜਾਵਾਂਗੇ ਉਹਨੂੰ। ਇਹ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਹੈਗਾ? ਵੈਸੇ ਆਪਣੀ ਨੌਲੇਜ ਲਈ ਔਰ ਪਬਲਿਕ ਦੀ ਨੌਲੇਜ ਲਈ ਇਹ ਸਵਾਲ ਪੁੱਛ ਰਿਹਾ ਆ। ਜਿਸ ਤਰ੍ਹਾਂ ਮੰਨ ਲਓ ਕਿ ਇਹ ਕੇਸ ਤੁਹਾਡੇ ਹੱਥ ਹੈਗਾ, ਜੀ ਜੀ, ਕਈ ਵਾਰ ਕੀ ਹੁੰਦਾ ਹੈਗਾ ਕਿ ਉਸ ਥਾਣੇ ਦੇ ਵਿੱਚੋਂ
ਜੋ ਵੀ ਮੌਕੇ ਦੇ ਅਧਿਕਾਰੀ ਹੁੰਦੇ ਆ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈਗਾ। ਕੀ ਕੇਸ ਫਿਰ ਉਹਨਾਂ ਦੇ ਹੱਥੇ ਰਹਿੰਦਾ ਜਾਂ ਕਿ ਨਵੇਂ ਜਿਹੜੇ ਅਧਿਕਾਰੀ ਹੁੰਦੇ ਆ ਉਹਨਾਂ ਦੇ ਹੱਥ ਚਲੇ ਨਹੀਂ ਜਾਂਦੇ? ਨਹੀਂ, ਜਿਹੜਾ ਕੇਸ ਹੈ ਨਾ ਇਹ ਫਾਈਲ 'ਚ ਹੀ ਰਹਿਣਾ। ਜਿਸ ਥਾਣੇ ਦੇ ਵਿੱਚ ਉਹ ਫਾਈਲ ਬਣੀ ਹੈਗੀ ਆ, ਜਿਸ ਥਾਣੇ ਦੇ ਵਿੱਚ ਰਜਿਸਟ੍ਰੇਸ਼ਨ ਹੋਈ ਆ, ਉਹ ਉਸ ਥਾਣੇ ਦਾ ਪੱਕਾ ਨਹੀਂ, ਰਿਕਾਰਡ ਹੈਂਡਲ ਜਿਹੜਾ ਹੈਗਾ ਉਹ ਜਿਹੜੇ ਨਵੇਂ ਅਫਸਰ ਆਉਂਦੇ ਆ ਉਹ ਕਰਦੇ ਆ ਜਾਂ ਕਿ ਉਹਨਾਂ ਕੋਲ? ਬਿਲਕੁਲ ਬਿਲਕੁਲ ਟਰਾਂਸਫਰ ਦੇ ਉੱਤੇ ਉਹ ਜਿਹੜਾ ਬੰਦਾ ਹੈਗਾ ਵਾ ਉਹ ਬਾਕਾਇਦਾ ਚਾਰਜ ਦੇ ਕੇ ਜਾਂਦਾ ਔਰ ਉਹ ਡਿਟੇਲਡ ਆਪਣੀ ਇੱਕ ਰਿਪੋਰਟ ਲਿਖ ਕੇ ਜਾਂਦਾ ਕਿ ਇਹਦੇ ਵਿੱਚ ਮੈਂ ਇੱਥੇ ਤੱਕ ਪਹੁੰਚਿਆ ਸੀਗਾ, ਆਹ ਜਿਹੜੇ ਕੰਮ ਹੈਗੇ ਕਹਿੰਦਾ ਆ, ਮਤਲਬ ਇਹ ਉਹਦੀ ਹੁਣ- ਪੂਰੀ ਡਿਟੇਲ ਜਿਹੜੀ ਆ ਉਹ ਹੈਂਡਓਵਰ ਜਦੋਂ ਕਰਦੇ ਆ ਉਦੋਂ ਸਾਰੀ ਬਿਲਕੁਲ ਉਹ ਜਿਹੜਾ ਫਰਦਰ ਜਿਹੜਾ ਇਨਵੈਸਟੀਗੇਟਿਵ ਆਫੀਸਰ ਆਉਂਦਾ ਵਾ ਉਹਨੂੰ ਜਦੋਂ ਦੇਈਦੀ ਫਾਈਲ ਤੇ ਉਹ ਬਾਕਾਇਦਾ ਉਹਨੂੰ ਕਹੀਦਾ ਵਾ ਕਿ ਇਹਨੂੰ 24 ਘੰਟੇ ਦੇ ਵਿੱਚ ਤੂੰ ਜਿਹੜਾ ਹੈਗਾ ਵਾ ਸਾਰੀ ਫਾਈਲ ਪੜ੍ਹ ਲੈ, ਜਿਹੜੇ ਕਰਨ ਵਾਲੇ ਕੰਮ ਹੈਗੇ ਆ ਉਹ ਆਪਣੀ ਜਿਮਨੀ ਦੇ ਕਿ ਮੇਰੇ ਆਹ ਹੋਏ ਆ ਤੇ ਆਹ ਰਹਿੰਦੇ ਹੈਗੇ ਆ। ਔਰ ਉਹਦੇ ਵਾਸਤੇ ਇਹਦੇ ਵਿੱਚ ਜਿਹੜੀਆਂ ਲਿਮਿਟੇਸ਼ਨਸ ਹੈਗੀਆਂ ਐਕਟ ਦੇ ਵਿੱਚ ਕਿ ਕਿੰਨੀ ਕੁਆਂਟੀਟੀ ਜਿਹੜੀ ਰਿਕਵਰੀ ਹੈਗੀ ਆ ਉਹਨੂੰ ਕਿੰਨੀ ਦੇਰ ਅਸੀਂ ਅੰਡਰ ਇਨਵੈਸਟੀਗੇਸ਼ਨ ਰੱਖ ਸਕਦੇ ਹਾਂ। ਠੀਕ। ਉਹ 60 ਤੋਂ 180 ਦਿਨ ਤੱਕ ਹੁੰਦੇ ਆ। ਉਹਦੇ ਵਿੱਚ ਰਿਮਾਂਡ ਲੈ ਲਿਆ ਜਾਂ ਲੈਣਾ? ਨਹੀਂ, ਅੱਜ ਇਹਨੂੰ ਪੇਸ਼ ਕਰਕੇ ਮਾਰਨਾ ਹੈ, ਕੱਲ ਸ਼ਾਮੀ ਰਸ ਕੀਤਾ ਹੈ। ਠੀਕ ਹੈ, ਥੈਂਕ ਯੂ। ਇਹ ਸਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ। ਧੰਨਵਾਦ।